म्यूनसिपल कारपोरेशन समय समय ਦੇ ਉੱਤੇ ਡਰਾਈਵ ਕਰਦੀ ਹੈ ਸ਼ੁਰੂ ਕਿ ਅਸੀਂ ਜੀ ਆਹ ਬੰਦ ਕਰ ਦਿਆਂਗੇ, ਆਹ ਬੰਦ ਕਰ ਦਿਆਂਗੇ। ਐਤਕੀ ਵੀ ਕਰਤਾ। ਜਦੋਂ ਕਿਸੇ ਇਨਫਲੂਐਂਸ਼ੀਅਲ ਬੰਦੇ ਨੂੰ ਹੱਥ ਪੈ ਗਿਆ ਤਾਂ ਮੈਨੂੰ ਪਤਾ ਲੱਗਿਆ ਉੱਥੇ ਕੋਈ ਕਿਸੇ MLA ਦਾ ਫੋਨ ਆ ਰਿਹਾ ਸਿਫਾਰਿਸ਼ ਵਜੋਂ, ਕਿਸੇ ਕਾਉਂਸਲਰ ਦਾ ਵੀ ਆ ਰਿਹਾ, ਕਿਸੇ ਮਿਨਿਸਟਰ ਦਾ ਆ ਰਿਹਾ, ਮਿਨਿਸਟਰ ਦੇ ਪਰਿਵਾਰ 'ਚੋਂ ਵੀ ਫੋਨ ਆ ਰਹੇ ਆ। ਤੇ ਜਸਦੇਵ ਸਿੰਘ ਸੇਖੋਂ ਦਾ ਮੈਨੂੰ ਲੱਗਦਾ ਕਿ ਇਹੀ ਕਸੂਰ ਹੋਇਆ ਕਿ ਉਹਨੇ ਉਹਨਾਂ ਦੀ ਸਿਫਾਰਿਸ਼ ਮੰਨਣ ਤੋਂ ਨਾ ਕਰ ਦਿੱਤੀ। ਤੇ ਜਦੋਂ ਉਹਨੇ ਨਾ ਕਰ ਦਿੱਤੀ, ਚਲੋ ਮੁਲਾਜ਼ਮ ਦੀ ਬਦਲੀ ਹੋਣੀ, ਉਹ ਕਿਹੜਾ ਪਾਕਿਸਤਾਨ 'ਚ ਭੇਜਿਆ, ਅਬੋਹਰ ਵੀ ਤਾਂ ਪੰਜਾਬ 'ਚ ਹੀ ਹੈ। ਦੇਖੋ ਸਾਨੂੰ ਤਾਂ ਬੜਾ ਕਲੀਅਰ ਲੱਗ ਰਿਹਾ ਕਿ ਕਾਰਵਾਈ ਕੀਤੀ ਗਈ ਸੀ ਕਿਉਂਕਿ ਹੋਰ 6 ਮਹੀਨਿਆਂ ਨੂੰ ਇਲੈਕਸ਼ਨਸ ਆ ਰਾਊਂਡ ਦੀ ਕਾਰਨਰ ਤੇ ਸਿਆਸੀ ਲੋਕਾਂ ਨੂੰ ਫੰਡ ਚਾਹੀਦਾ ਤੇ ਹੋ ਸਕਦਾ ਇਸ ਪਲਾਸਟਿਕ ਲੌਬੀ ਨੂੰ ਡਰਾਇਆ ਗਿਆ ਹੋਵੇ ਤੇ ਡਰਾ ਕੇ ਵੀ ਤੁਸੀਂ ਫੰਡ ਦਿਓ, ਪਰ ਉਹ ਡਰਾਉਣ ਦੇ ਲਈ ਅਫਸਰ ਗਲਤ ਚੂਜ਼ ਹੋ ਗਿਆ। ਅਫਸਰ ਉਹ ਚੂਜ਼ ਹੋ ਗਿਆ ਜਿਹੜਾ ਨਾ ਦਬਦਾ ਤੇ ਨਾ ਡਰਦਾ। ਸਮੁੱਚੀ ਮਿਊਨਿਸਪਲ ਕਾਰਪੋਰੇਸ਼ਨ ਇਸ ਕਟਹਿਰੇ 'ਚ ਹੈ ਔਰ ਮਿਨਿਸਟਰ ਲੋਕਲ ਬਾਡੀ ਵੀ ਇਸ ਕਟਹਿਰੇ ਦੇ ਵਿੱਚ ਹੈ ਕਿ ਤੁਹਾਡੀ ਡਰਾਈਵ ਬੰਦ ਹੋ ਗਈ। ਤੇ ਸਾਨੂੰ ਸੁਣਨ 'ਚ ਇਹ ਵੀ ਆ ਰਿਹਾ ਕਿ ਉਸ ਟੀਮ 'ਚ ਜਿਹੜੇ ਹੋਰ ਵੀ ਆਫੀਸਰ ਸੀਗੇ ਜਾਂ ਛੋਟੇ ਮੁਲਾਜ਼ਮ ਸੀਗੇ, ਉਹਨਾਂ ਦੀ ਵੀ ਇੱਕ ਫਾਈਲ ਤਿਆਰ ਹੋਈ ਹੈ। ਤੁਸੀਂ ਦੇਖੋਗੇ ਸ਼ਾਇਦ ਹਫ਼ਤੇ 10 ਦਿਨ 'ਚ ਉਹ ਵੀ ਕਿਤੇ ਕੋਈ ਫਗਵਾੜੇ ਜਾਊਗਾ, ਕੋਈ ਜਲੰਧਰ ਜਾਊਗਾ, ਕੋਈ ਕਿਤੇ। ਇਹਦੇ ਨਾਲ ਇੱਕ ਬੜਾ ਵੱਡਾ ਕੁਐਸਚਨ ਪੈਦਾ ਹੋ ਗਿਆ ਸਾਰੇ ਮੁਲਾਜ਼ਮਾਂ ਦੇ ਮਨਾਂ ਦੇ ਵਿੱਚ ਵੀ ਕੀ ਅੱਗੇ ਤੋਂ ਜੇਕਰ ਇੱਦਾਂ ਦੀ ਕੋਈ ਡਿਊਟੀ ਲਾਉਣ, ਅਸੀਂ ਡਿਊਟੀ ਨੂੰ ਇਮਾਨਦਾਰੀ ਨਾਲ ਨਿਭਾਈਏ ਜਾਂ ਅਸੀਂ ਵੀ ਇਹਨਾਂ ਦੇ ਤਰੀਕੇ ਨਾਲ ਪਿਕ ਐਂਡ ਚੂਜ਼ ਕਰੀਏ, ਅਸੀਂ ਪਾਰਸ਼ੈਲਿਟੀ ਕਰੀਏ। ਨਹੀਂ, ਮੈਂ ਨਹੀਂ ਸਮਝਦਾ ਕੋਈ ਸਿਆਸੀ ਰੰਗ ਆ। ਇਹ ਤਾਂ ਸੱਤਾ ਤੇ ਬਿਰਾਜਮਾਨ ਸੱਤਾਧਾਰੀਆਂ ਨੂੰ ਰਾਸ ਨਹੀਂ ਆਈ ਗੱਲ। ਡਿਮਾਂਡ ਹੈ ਪਬਲਿਕ ਦੀ ਕਿ ਜਿਹੜੀ ਤੁਸੀਂ ਡਰਾਈਵ ਸ਼ੁਰੂ ਕੀਤੀ ਸੀਗੀ ਉਹ ਅੰਜਾਮ ਤੱਕ ਕਿਉਂ ਨਹੀਂ ਪਹੁੰਚੀ। ਜਿਨ੍ਹਾਂ ਬਾਕੀਆਂ ਨੇ ਉਸ ਮਤੇ ਤੇ ਸਾਈਨ ਕੀਤੇ ਸੀ, ਉਹਦੀ ਕਾਪੀ ਵੀ ਅਸੀਂ RTA ਪਾ ਕੇ ਪ੍ਰਕਿਉਰ ਕਰ ਲਵਾਂਗੇ, ਉਹਨਾਂ ਨੂੰ ਫਿਰ ਕਿਉਂ ਪਨਿਸ਼ ਨਹੀਂ ਕੀਤਾ ਗਿਆ। ਦੇਖੋ ਉਹ ਤਾਂ ਫਿਰ ਬੜਾ ਸਪਸ਼ਟ ਨਜ਼ਰ ਆਉਂਦਾ ਕਿ ਜਿੰਨੀਆਂ ਕੋਈ ਥੈਲੀਆਂ ਚਾਹੀਦੀਆਂ ਹੋਣਗੀਆਂ ਉਹ ਵੱਡੇ ਕਾਰਪੋਰੇਟ ਘਰਾਣਿਆਂ ਕੋਲੋਂ ਮਿਲ ਗਈਆਂ ਹੋਣਗੀਆਂ। ਜਿਹੜੇ ਇਸ ਕਾਰੋਬਾਰ ਸ਼ਾਮਲ ਆ ਉਹਨਾਂ ਤੋਂ ਸਮਾਨ ਮਿਲ ਗਿਆ ਹੋਊਗਾ ਤੇ ਹੁਣ ਅੱਗੇ ਕਰਨ ਦੀ ਕੀ ਲੋੜ ਹੈ। ਤੇ ਮੈਨੂੰ ਲੱਗਦਾ ਕਿ ਹੋਣੀ ਵੀ ਹੈ ਨਹੀਂ ਗੀ, ਇਹਨਾਂ ਨੇ ਇੰਨੀ ਕੀ ਕਰਨੀ ਸੀਗੀ। ਮਿਊਨਿਸਪਲ ਕਾਰਪੋਰੇਸ਼ਨ ਵੀ ਇਸ ਗੱਲ ਲਈ ਸਵਾਲਾਂ ਦੇ ਘੇਰੇ 'ਚ ਆਉਂਦੀ ਹੈ ਕਿ ਤੁਸੀਂ ਜਿਹੜਾ ਉਹ ਇੰਨਾ ਮਟੀਰੀਅਲ ਜ਼ਬਤ ਕੀਤਾ ਹੈ, ਤੁਹਾਡੇ ਕੋਲੇ ਕਿਹੜੀ ਤੁਸੀਂ ਕੋਈ ਆਰਕ ਫਰਨਸ ਲਾਈ ਆ, ਤੁਸੀਂ ਕੋਈ ਬਲਾਸਟ ਫਰਨਸ ਲਾਈ ਆ, ਤੁਸੀਂ ਕਿੱਥੇ ਜਾ ਕੇ ਉਹਨੂੰ ਡਿਸਪੋਜ਼ ਕਰੋਗੇ। ਪਾਲਿਸੀ ਬਣਾ ਦਿੰਦੇ ਆ ਕਿ ਅਸੀਂ ਇੱਥੇ ਬੈਨ ਲਾਉਣਾ ਜੀ। ਉਸ ਬੈਨ ਲਾਉਣ ਤੋਂ ਪਹਿਲਾਂ ਉਹਦੇ ਪਿਛਲੇ ਕਾਰਨਾਂ ਵੱਲ ਨਹੀਂ ਜਾਂਦੇ। ਲੋਕਾਂ ਨੂੰ, ਪਬਲਿਕ ਨੂੰ ਜ਼ਰੂਰਤ ਕਿਉਂ ਪੈਂਦੀ ਹੈ? ਜੇ ਤੁਸੀਂ ਉਹਦਾ ਅਲਟਰਨੇਟਿਵ ਦਿਓਗੇ ਤਾਂ ਦੁਕਾਨਦਾਰ ਉਹ ਯੂਜ਼ ਨਹੀਂ ਕਰਨਗੇ। ਇਹਦਾ ਜਿਹੜਾ ਮੇਨ ਸੋਰਸ ਹੈ ਇਸ ਸਪਲਾਈ ਦਾ, ਉਹ ਚਾਈਨਾ ਹੈ। ਨਾ ਕੇਂਦਰ ਸਰਕਾਰ ਦਾ ਉੱਥੇ ਧਿਆਨ ਹੈ, ਨਾ ਸਾਡੀਆਂ ਜਿਹੜੀਆਂ ਸਾਡੀਆਂ ਸੈਂਟਰਲ ਏਜੰਸੀਜ਼ ਨੇ ਉੱਥੋਂ ਨਹੀਂ ਰੋਕ ਰਹੀਆਂ। ਜਦੋਂ ਇੱਥੇ ਲਿਆ ਕੇ ਸਾਡੇ ਦੁਕਾਨਦਾਰ ਉਹਨੂੰ ਵੇਚ ਰਹੇ ਨੇ, ਇਹ ਉਹਦੇ 'ਤੇ ਪਾਬੰਦੀਆਂ ਲਾਉਂਦੇ ਆ। ਮੈਂ ਬੜਾ ਸਪਸ਼ਟ ਔਰ ਸਾਫ਼ ਕੋਈ ਨਾ ਬੋਲਦਾ। ਜਿਹੜੀਆਂ ਉੱਥੇ ਟੀਮਾਂ ਬਣਾਈਆਂ ਗਿਆ, ਜਿੰਨਾ ਪੈਸਾ ਉੱਥੇ ਡਿਸਟਰੋਏ ਕੀਤਾ ਗਿਆ, ਕੀ ਉਹਦਾ ਸਾਡੇ ਸ਼ਹਿਰ ਨੂੰ ਕੋਈ ਬੈਨੀਫਿਟ ਹੋਇਆ? ਸਤਿ ਸ਼੍ਰੀ ਅਕਾਲ, ਮੈਂ ਹਾਂ ਪਰਮਜੀਤ ਕੌਰ ਤੇ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ। ਲੁਧਿਆਣੇ ਦੇ ਵਿੱਚ ਪੋਲੀਥੀਨ 1 ਅਗਸਤ ਤੋਂ ਬੈਨ ਕਰ ਦਿੱਤਾ ਗਿਆ ਸੀ ਅਤੇ ਇਸ ਤੋਂ ਬਾਅਦ ਦੁਕਾਨਦਾਰਾਂ ਤੇ ਵੀ ਛਾਪੇ ਮਾਰ ਕੇ ਜੋ ਕਿ ਪੋਲੀਥੀਨ ਵੇਚ ਰਹੇ ਨੇ, ਜੋ ਯੂਜ਼ ਕਰ ਰਹੇ ਨੇ ਪੋਲੀਥੀਨ ਦਾ ਵੀ, ਉਹਨਾਂ ਤੇ ਵੀ ਜੁਰਮਾਨਾ ਲਗਾ ਕੇ ਕਾਰਵਾਈ ਕੀਤੀ ਜਾ ਰਹੀ ਸੀ। ਤੇ ਇਸ ਨੂੰ ਲੀਡ ਕਰਨ ਵਾਲੇ MC ਆਫੀਸਰ ਜਸਦੇਵ ਸਿੰਘ ਸੇਖੋਂ, ਉਹਨਾਂ ਦੀ ਵੀ ਅਚਾਨਕ ਬਦਲੀ ਕਰ ਦਿੱਤੀ ਗਈ ਹੈ ਤੇ ਜੋ ਇਹ ਕਾਰਵਾਈ ਹੈ ਉਹ ਵੀ ਇੱਕ ਵਾਰ ਰੁਕਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਹੜਾ ਪੋਲੀਥੀਨ ਹੈ ਫਿਰ ਤੋਂ ਇੱਕ ਵਾਰ ਧੜੱਲੇ ਦੇ ਨਾਲ ਵਿਕਦਾ ਨਜ਼ਰ ਆ ਰਿਹਾ ਹੈ ਮਾਰਕੀਟ ਦੇ ਵਿੱਚ। ਇਸ ਦੇ ਪਿੱਛੇ ਸਿਆਸੀ ਕਾਰਨ ਵੀ ਦੱਸਿਆ ਜਾ ਰਿਹਾ ਤੇ ਸਾਡੇ ਨਾਲ ਮੌਜੂਦ ਨੇ ਅਕਾਲੀ ਦਲ ਦੇ ਆਗੂ ਮਿਸਟਰ ਜਗਬੀਰ ਸਿੰਘ ਸੋਖੀ ਤੇ ਇਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਤੇ ਇਸ
ਇਸ ਮਾਮਲੇ ਦੇ ਬਾਰੇ ਪੂਰੀ ਜਾਣਕਾਰੀ ਲੈਂਦੇ ਹਾਂ। ਹਲੋ ਸਰ, ਜਿਹੜਾ ਕਿ ਇਹ ਪੋਲੀਥੀਨ ਬੈਨ ਕੀਤਾ ਸੀਗਾ ਤੇ ਇਸ ਤੇ ਜਿਹੜੀ ਕਾਰਵਾਈ ਹੋ ਰਹੀ ਸੀਗੀ, ਛਾਪੇ ਮਾਰੇ ਜਾ ਰਹੇ ਸਨ, ਜੁਰਮਾਨੇ ਲਗਾਏ ਜਾ ਰਹੇ ਸਨ, ਇਹ ਇੱਕਦਮ ਰੁਕ ਜੀ ਗਈ ਹੈ ਤੇ ਫਿਰ ਤੋਂ ਇਹ ਜਿਹੜਾ ਪੋਲੀਥੀਨ ਹੈ ਧੜੱਲੇ ਦੇ ਨਾਲ ਵਿਕਦਾ ਨਜ਼ਰ ਆ ਰਿਹਾ ਮਾਰਕੀਟ ਦੇ ਵਿੱਚ, ਤੇ ਕੀ ਕਾਰਨ ਹੈ ਇਹਦਾ ਸਰ? ਸਭ ਤੋਂ ਪਹਿਲਾਂ ਸਿਟੀ ਹੈਡਲਾਈਨਸ ਦਾ ਔਰ ਪਰਮਜੀਤ ਜੀ ਤੁਹਾਡਾ ਥੈਂਕ ਯੂ। ਤੁਸੀਂ ਬੜਾ ਸਾਡੇ ਲੁਧਿਆਣੇ ਸ਼ਹਿਰ ਦਾ ਜਿਹੜਾ ਇੱਕ ਕਰੰਟ ਇਸ਼ੂ ਹੈ ਉਹਨੂੰ ਲਿਆ ਹੈ। ਮੈਂ 10 ਸਾਲ ਮਿਊਨਿਸਪਲ ਕਾਉਂਸਲਰ ਰਿਹਾ, FNCC ਦਾ ਮੈਂਬਰ ਵੀ ਰਿਹਾ, ਔਰ ਜਿਹੜੀ ਪਲਾਸਟਿਕ ਦੀ ਯੂਜ਼ ਹੈ ਇਹਦੀ ਲੋੜੋਂ ਵੱਧ ਜਿਹੜੀ ਸਾਡੀ ਡਿਪੈਂਡੈਂਸੀ ਹੋਈ ਹੈ ਉਹਦਾ ਰੀਜ਼ਨ ਹੈ ਸਾਡਾ ਕਮਰਸ਼ਲਾਈਜੇਸ਼ਨ ਹੋਣਾ। ਔਰ ਅਸੀਂ ਕਮਰਸ਼ਲਾਈਜ਼ ਹੁੰਦੇ ਹੁੰਦੇ ਇਹ ਚੀਜ਼ਾਂ ਬਿਲਕੁਲ ਮਨੋਂ ਭੁੱਲ ਗਏ, ਪ੍ਰੋਫਿਟੇਬਿਲਟੀ ਦੇਖਣਾ ਸ਼ੁਰੂ ਕਰ ਦਿੱਤੀ। ਇਹਦੇ ਨਾਲ ਸਾਡਾ এনवायरमेंट ਕਿੰਨਾ ਖਰਾਬ ਹੋ ਰਿਹਾ ਜਾਂ ਇਹਦੇ ਨਾਲ ਸਾਨੂੰ ਅਦਰ ਪ੍ਰੋਬਲਮਸ ਕੀ ਆ ਰਹੀਆਂ, ਸਾਡੇ ਸੀਵਰ ਬਲੌਕ ਹੋ ਰਹੇ ਆ। ਸਭ ਤੋਂ ਵੱਧ ਕੇ ਹਿੰਦੁਸਤਾਨ ਸਾਡਾ ਧਾਰਮਿਕ ਦੇਸ਼ ਹੈ, ਅਸੀਂ ਗਊ ਨੂੰ ਗਊ ਮਾਤਾ ਕਹਿ ਕੇ ਪੂਜਦੇ ਹਾਂ, ਅਤੇ ਉਹ ਗਾਵਾਂ ਸੜਕਾਂ ਦੇ ਉੱਤੇ ਅਤੇ ਹੋਰ ਪਸ਼ੂ ਇਹ ਲਿਫਾਫੇ ਜਦੋਂ ਖਾ ਜਾਂਦੀਆਂ ਅੰਦਰ ਜਾਂਦੇ ਹੈ ਅਤੇ ਇਟ ਕਾਜ਼ਸ ਕੈਂਸਰ। ਬਹੁਤ ਵੱਡੀ ਸਮੱਸਿਆ ਸਾਨੂੰ ਇਹ ਆਈ ਹੋਈ ਹੈ ਅਤੇ ਇਹਦੇ 'ਤੇ ਬੈਨ ਲਾਉਣ ਲਈ ਸਮੇਂ-ਸਮੇਂ 'ਤੇ ਚਾਹੇ ਸਟੇਟ ਗੌਰਮੈਂਟ ਨੇ ਚਾਹੇ ਭਾਰਤ ਸਰਕਾਰ ਆ ਯਤਨ ਕਰਦੀ ਹੈ। ਰੀਸੈਂਟਲੀ ਹੁਣ ਵੀ ਅਸੀਂ ਪੜ੍ਹ ਰਹੇ ਹਾਂ ਕਿ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਬਾਰ-ਬਾਰ ਇਹ ਗੱਲ ਕਹਿ ਰਹੇ ਆ ਕਿ ਅਸੀਂ 1 ਜੁਲਾਈ 2022 ਤੋਂ ਕੰਪਲੀਟ ਮਿਸ਼ਨ ਚਲਾਉਣਾ ਹੈ ਕਿ ਅਸੀਂ ਹਿੰਦੁਸਤਾਨ ਨੂੰ ਇਸ ਪਲਾਸਟਿਕ ਤੋਂ ਮੁਕਤੀ ਦਿਵਾਉਣੀ ਆ। ਅਸੀਂ ਕਿਸੇ ਵੀ ਹਿਲ ਸਟੇਸ਼ਨ 'ਤੇ ਚਲੇ ਜਾਈਏ ਉੱਥੇ ਪਲਾਸਟਿਕ ਭਰਿਆ ਪਿਆ, ਟੰਨਾਂ ਦੇ ਟਨ ਇਹ ਪਲਾਸਟਿਕ ਜਿਹੜਾ ਹੈਗਾ ਸਾਡੇ ਹੁਣ ਸਮੁੰਦਰ 'ਚੋਂ ਮਿਲ ਰਿਹਾ, ਦਰਿਆਵਾਂ 'ਚੋਂ ਮਿਲ ਰਿਹਾ, ਪੋਲਿਊਟ ਹੋ ਰਹੇ ਨੇ। ਅਤੇ ਨਗਰ ਨਿਗਮ ਲੁਧਿਆਣਾ 'ਤੇ ਮੈਂ ਵਾਪਸ ਆਉਣਾ, ਪਾਲਿਸੀ ਬਣਾ ਦਿੰਦੇ ਆ ਕਿ ਅਸੀਂ ਇਹ 'ਤੇ ਬੈਨ ਲਾਉਣਾ ਜੀ। ਉਸ ਬੈਨ ਲਾਉਣ ਤੋਂ ਪਹਿਲਾਂ ਉਹਦੇ ਪਿਛਲੇ ਕਾਰਨਾਂ ਵੱਲ ਨਹੀਂ ਜਾਂਦੇ। ਲੋਕਾਂ ਨੂੰ, ਪਬਲਿਕ ਨੂੰ ਜ਼ਰੂਰਤ ਕਿਉਂ ਪੈਂਦੀ ਹੈ? ਜੇ ਤੁਸੀਂ ਉਹਦਾ ਅਲਟਰਨੇਟਿਵ ਦਿਓਗੇ ਤਾਂ ਦੁਕਾਨਦਾਰ ਉਹ ਯੂਜ਼ ਨਹੀਂ ਕਰਨਗੇ, ਅਸੀਂ ਘਰਾਂ 'ਚ ਯੂਜ਼ ਨਹੀਂ ਕਰਾਂਗੇ। ਇੱਕ ਚੀਜ਼ ਤੁਹਾਨੂੰ ਚੀਪ ਔਰ ਸਸਤੀ ਮਿਲਦੀ ਹੈ, ਔਰ ਉਹਦਾ ਜੇ ਮੈਂ ਬੈਕ 'ਤੇ ਜਾਣਾ ਤਾਂ ਇਹਦਾ ਜਿਹੜਾ ਮੇਨ ਸੋਰਸ ਹੈ ਇਸ ਸਪਲਾਈ ਦਾ ਉਹ ਚਾਈਨਾ ਉੱਥੋਂ ਪਤਾ ਨਹੀਂ ਕਿੰਨੇ ਘਟੀਆ ਤੋਂ ਘਟੀਆ ਤਰੀਕੇ ਦੀਆਂ ਚੀਜ਼ਾਂ ਬਣਾ ਕੇ ਤੇ ਸਾਡੇ ਵਪਾਰੀ ਲਿਆ ਕੇ ਇੱਥੇ ਵੇਚ ਰਹੇ ਨੇ ਉਹਨੂੰ। ਉਹ ਲਗਾਤਾਰ ਵੱਧ ਰਹੀ ਹੈ। ਨਾ ਕੇਂਦਰ ਸਰਕਾਰ ਦਾ ਉੱਥੇ ਧਿਆਨ ਹੈ, ਨਾ ਸਾਡੀਆਂ ਅਦਰ ਜਿਹੜੀਆਂ ਸਾਡੀਆਂ ਸੈਂਟਰਲ ਏਜੰਸੀਜ਼ ਨੇ ਉੱਥੋਂ ਨਹੀਂ ਰੋਕ ਰਹੀਆਂ। ਜਦੋਂ ਇੱਥੇ ਲਿਆ ਕੇ ਸਾਡੇ ਦੁਕਾਨਦਾਰ ਉਹਨੂੰ ਵੇਚ ਰਹੇ ਨੇ, ਇਹ ਉਹਦੇ 'ਤੇ ਪਾਬੰਦੀਆਂ ਲਾਉਂਦੇ ਆ। ਅਤੇ ਮੈਂ ਜਿਹੜਾ ਤੁਹਾਡਾ ਅਗਲਾ ਕੁਐਸਚਨ ਆ, ਕਿਉਂਕਿ ਤੁਸੀਂ ਬੜਾ ਵਾਈਡ ਕੁਐਸਚਨ ਕੀਤਾ, ਉਹਦਾ ਆਨਸਰ ਵੀ ਉਸ ਤਰੀਕੇ ਨਾਲ ਹੀ ਦੇਣਾ ਪਊਗਾ। ਮਿਊਨਿਸਪਲ ਕਾਰਪੋਰੇਸ਼ਨ ਸਮੇਂ ਦੇ ਉੱਤੇ ਡਰਾਈਵ ਕਰਦੀ ਆ ਸ਼ੁਰੂ ਕਿ ਅਸੀਂ ਜੀ ਆਹ ਬੰਦ ਕਰ ਦਿਆਂਗੇ, ਆਹ ਬੰਦ ਕਰ ਦਿਆਂਗੇ। ਐਤਕੀ ਵੀ ਕਰਤਾ। ਨੈਚੁਰਲੀ ਗੱਲ ਹੈ ਕਿ ਜਦੋਂ ਅਸੀਂ ਇਸ ਤਰ੍ਹਾਂ ਦੀ ਕੋਈ ਕਮੇਟੀ ਬਣਾਉਂਦੇ ਹਾਂ, ਜੇ ਉਸ ਕਮੇਟੀ ਦਾ ਹੈੱਡ ਜਸਦੇਵ ਸਿੰਘ ਸੇਖੋਂ ਨੂੰ ਲਾਇਆ ਗਿਆ ਤਾਂ ਉਸ ਕਮੇਟੀ 'ਚ ਮਿਊਨਿਸਪਲ ਕਾਰਪੋਰੇਸ਼ਨ ਕਮਿਸ਼ਨਰ ਵੀ ਸ਼ਾਮਲ ਹੋਣਗੇ, ਮੇਅਰ ਸਾਹਿਬ ਵੀ ਸ਼ਾਮਲ ਹੋਣਗੇ, ਸਾਡੇ ਅਦਰ ਜ਼ੋਨਲ ਕਮਿਸ਼ਨਰਸ ਔਰ ਅਸਿਸਟੈਂਟ ਕਮਿਸ਼ਨਰ ਸਾਹਿਬਾਨ ਵੀ ਸ਼ਾਮਲ ਹੋਣਗੇ, ਸਾਡੇ ਹੋਰ ਆਫੀਸਰਸ ਵੀ ਹੋਣਗੇ, ਹੋ ਸਕਦਾ ਕੰਸਰਨਡ ਮਿਨਿਸਟਰੀ 'ਚੋਂ ਵੀ ਕੋਈ ਆਏ ਹੋਣ। ਉਹਨਾਂ ਸਾਰਿਆਂ ਨੇ ਬਕਾਇਦਾ ਆਪਣੇ ਆਰਡਰ ਕਰਕੇ ਰਿਟਨ ਆਰਡਰ ਕੀਤੇ ਹੋਣਗੇ, ਜਿਨ੍ਹਾਂ ਆਰਡਰ ਰਾਹੀਂ ਜਸਦੇਵ ਸਿੰਘ ਸੇਖੋਂ ਨੂੰ ਇਹ ਅਸਾਈਨ ਕੀਤਾ ਗਿਆ ਔਰ ਬੜਾ ਫੈਨਫੇਅਰ ਨਾਲ ਅਖਬਾਰਾਂ 'ਚ, ਸੋਸ਼ਲ ਮੀਡੀਆ 'ਤੇ ਪ੍ਰਚਾਰ ਕੀਤਾ ਗਿਆ ਕਿ ਅਸੀਂ ਇਹ ਬੈਨ ਕਰਾਂਗੇ। ਅਤੇ ਜਸਦੇਵ ਸਿੰਘ ਸੇਖੋਂ ਆਪਣੀ ਡਿਊਟੀ ਨਿਭਾ ਰਹੇ ਆ। ਹੁਣ ਜਦੋਂ ਡਿਊਟੀ ਨਿਭਾ ਰਹੇ ਆ, ਜੋ ਡਿਊਟੀ ਉਹਨਾਂ ਨੂੰ ਮਿਊਨਿਸਪਲ ਕਾਰਪੋਰੇਸ਼ਨ ਨੇ ਦਿੱਤੀ ਹੈ, ਮਿਊਨਿਸਪਲ ਕਾਰਪੋਰੇਸ਼ਨ ਡਿਊਟੀ ਸਾਡੀ ਪਬਲਿਕ ਨੇ ਦਿੱਤੀ ਹੈ, ਉਹ ਜਸਟ ਦੇ ਆਰ ਐਨਫੋਰਸਿੰਗ ਦੇਅਰ ਡਿਊਟੀ, ਉਹਨੂੰ ਲਾਗੂ ਕਰ ਰਹੇ ਨੇ। ਅਤੇ ਲਾਗੂ ਕਰਦੇ ਆ ਜਦੋਂ ਕਿਸੇ ਇਨਫਲੂਐਂਸ਼ੀਅਲ ਬੰਦੇ ਨੂੰ ਹੱਥ ਪੈ ਗਿਆ ਤਾਂ ਮੈਨੂੰ ਪਤਾ ਲੱਗਿਆ ਉੱਥੇ ਕੋਈ ਕਿਸੇ MLA ਦਾ ਫੋਨ ਆ ਰਿਹਾ ਸਿਫਾਰਿਸ਼ ਵਜੋਂ, ਕਿਸੇ ਕਾਉਂਸਲਰ ਦਾ ਵੀ ਆ ਰਿਹਾ, ਕਿਸੇ ਮਿਨਿਸਟਰ ਦਾ ਆ ਰਿਹਾ, ਮਿਨਿਸਟਰ ਦੇ ਪਰਿਵਾਰ 'ਚੋਂ ਵੀ ਫੋਨ ਆ ਰਹੇ ਆ। ਅਤੇ ਜਸਦੇਵ ਸਿੰਘ ਸੇਖੋਂ ਦਾ ਮੈਨੂੰ ਲੱਗਦਾ ਕਿ ਇਹੀ ਕਸੂਰ ਹੋਇਆ ਕਿ ਉਹਨੇ ਉਹਨਾਂ ਦੀ ਸਿਫਾਰਿਸ਼ ਮੰਨਣ ਤੋਂ ਨਾ ਕਰ ਦਿੱਤੀ। ਅਤੇ ਜਦੋਂ ਉਹਨੇ ਨਾ ਕਰ ਦਿੱਤੀ, ਚਲੋ ਮੁਲਾਜ਼ਮ ਦੀ ਬਦਲੀ ਹੋਣੀ, ਉਹ ਕਿਹੜਾ ਪਾਕਿਸਤਾਨ 'ਚ ਭੇਜਿਆ, ਅਬੋਹਰ ਵੀ ਤਾਂ ਪੰਜਾਬ 'ਚ ਹੀ ਹੈ, ਬਦਲੀ ਕਿਤੇ ਵੀ ਕਰ ਦਿਓ। ਪਰ ਉਹ ਬਦਲੀ ਦੇ ਪਿੱਛੇ ਇੱਕ ਜਿਹੜੀ ਵਿਲਫੁਲ ਨਜ਼ਰ ਆਉਣੀ ਸਾਜ਼ਿਸ਼, ਉਹ ਸਮੁੱਚੇ ਲੁਧਿਆਣੇ ਸ਼ਹਿਰ ਨੂੰ ਨਹੀਂ, ਕਾਰਪੋਰੇਸ਼ਨ ਦੇ ਸਾਰੇ ਹੀ ਮੁਲਾਜ਼ਮਾਂ ਨੂੰ ਵੀ ਚੁਭੀ ਹੈ। ਮੁਲਾਜ਼ਮਾਂ ਨੇ ਸਟ੍ਰਾਈਕ ਵੀ ਕੀਤੀ। ਇਹ ਤਰੀਕਾ ਗਲਤ ਹੈ। ਹਾਂਜੀ, ਜਿਵੇਂ ਕਿ ਇੱਕੋ ਦਮ ਹੀ ਬਦਲੀ ਕਰਤੀ ਔਰ ਜਿਹੜੀ ਕਾਰਵਾਈ ਇੱਕੋ ਦਮ ਰੁਕ ਗਈ,
ਜਿਵੇਂ ਕਿ ਕਾਰਵਾਈ ਕੀਤੀ ਜਾ ਰਹੀ ਸੀ, ਜੁਰਮਾਨੇ ਕੀਤੇ ਜਾ ਰਹੇ ਸਨ ਤੇ ਅਚਾਨਕ ਹੀ ਉਹਨਾਂ ਦੀ ਬਦਲੀ ਤੋਂ ਬਾਅਦ ਇੱਕੋ ਦਮ ਹੀ ਇਹ ਜਿਹੜੇ ਕਿ ਕਾਰਵਾਈ ਹੈ ਬਿਲਕੁਲ ਹੀ ਰੁਕ ਗਈ ਹੈ। ਦੇਖੋ, ਸਾਨੂੰ ਤਾਂ ਬੜਾ ਕਲੀਅਰ ਲੱਗ ਰਿਹਾ ਕਿ ਕਾਰਵਾਈ ਕੀਤੀ ਗਈ ਸੀ ਕਿਉਂਕਿ ਹੋਰ 6 ਮਹੀਨਿਆਂ ਨੂੰ ਇਲੈਕਸ਼ਨਸ ਆ ਰਾਊਂਡ ਦੀ ਕਾਰਨਰ ਤੇ ਸਿਆਸੀ ਲੋਕਾਂ ਨੂੰ ਫੰਡ ਚਾਹੀਦਾ ਤੇ ਹੋ ਸਕਦਾ ਇਸ ਪਲਾਸਟਿਕ ਲੌਬੀ ਨੂੰ ਡਰਾਇਆ ਗਿਆ ਹੋਵੇ ਤੇ ਡਰਾ ਕੇ ਵੀ ਤੁਸੀਂ ਫੰਡ ਦਿਓ, ਪਰ ਉਹ ਡਰਾਉਣ ਦੇ ਲਈ ਅਫਸਰ ਗਲਤ ਚੂਜ਼ ਹੋ ਗਿਆ। ਅਫਸਰ ਉਹ ਚੂਜ਼ ਹੋ ਗਿਆ ਜਿਹੜਾ ਨਾ ਦਬਦਾ ਤੇ ਨਾ ਡਰਦਾ ਤੇ ਇਸ ਕਰਕੇ ਉਹ ਨਹੀਂ ਸੱਤਾ 'ਚ ਬਿਰਾਜਮਾਨ ਸੱਤਾਧਾਰੀ ਕੁਰਸੀਆਂ ਨੂੰ ਜਚਿਆ। ਤੇ ਬਿਲਕੁਲ ਵੈਲਿਡ ਕੁਐਸਚਨ ਆ, ਸਮੁੱਚੇ ਲੁਧਿਆਣੇ ਸ਼ਹਿਰ ਦਾ ਕੁਐਸਚਨ ਆ, ਸਮੁੱਚੀ ਮਿਊਨਿਸਪਲ ਕਾਰਪੋਰੇਸ਼ਨ ਇਸ ਕਟਹਿਰੇ 'ਚ ਹੈ ਔਰ ਮਿਨਿਸਟਰ ਲੋਕਲ ਬਾਡੀ ਵੀ ਇਸ ਕਟਹਿਰੇ ਦੇ ਵਿੱਚ ਹੈ ਕਿ ਤੁਹਾਡੀ ਡਰਾਈਵ ਬੰਦ ਹੋ ਗਈ। ਤੁਸੀਂ ਇੱਕ ਅਫਸਰ ਨੂੰ ਪਨਿਸ਼ਮੈਂਟ ਦੇਤੀ, ਉਹਨੂੰ ਪਨਿਸ਼ਮੈਂਟ ਦੇ ਕੇ ਅਬੋਰ ਬਦਲੀ ਕਰ ਦਿੱਤੀ ਤੇ ਸਾਨੂੰ ਸੁਣਨ 'ਚ ਇਹ ਵੀ ਆ ਰਿਹਾ ਕਿ ਉਸ ਟੀਮ 'ਚ ਜਿਹੜੇ ਹੋਰ ਵੀ ਆਫੀਸਰ ਸੀਗੇ ਜਾਂ ਛੋਟੇ ਮੁਲਾਜ਼ਮ ਸੀਗੇ ਉਹਨਾਂ ਦੀ ਵੀ ਇੱਕ ਫਾਈਲ ਤਿਆਰ ਹੋਈ ਹੈ। ਤੁਸੀਂ ਦੇਖੋਗੇ ਸ਼ਾਇਦ ਹਫ਼ਤੇ 10 ਦਿਨ 'ਚ ਉਹ ਵੀ ਕਿਤੇ ਕੋਈ ਫਗਵਾੜੇ ਜਾਊਗਾ, ਕੋਈ ਜਲੰਧਰ ਜਾਊਗਾ, ਕੋਈ ਕਿਤੇ ਪਠਾਨਕੋਟ ਜਾਊਗਾ, ਉਹ ਵੀ ਦੂਰ ਦਰਾਡੀਆਂ ਥਾਵਾਂ ਦੇ ਉੱਤੇ ਉਹਨਾਂ ਨੂੰ ਵੀ ਸਜ਼ਾ ਦਿੱਤੀ ਜਾ ਰਹੀ ਆ। ਇਹਦੇ ਨਾਲ ਇੱਕ ਬੜਾ ਵੱਡਾ ਕੁਐਸਚਨ ਪੈਦਾ ਹੋ ਗਿਆ ਸਾਰੇ ਮੁਲਾਜ਼ਮਾਂ ਦੇ ਮਨਾਂ ਦੇ ਵਿੱਚ ਵੀ ਕੀ ਅੱਗੇ ਤੋਂ ਜੇਕਰ ਇਦਾਂ ਦੀ ਕੋਈ ਡਿਊਟੀ ਲਾਉਣ, ਅਸੀਂ ਡਿਊਟੀ ਨੂੰ ਇਮਾਨਦਾਰੀ ਨਾਲ ਨਿਭਾਈਏ ਜਾਂ ਅਸੀਂ ਵੀ ਇਹਨਾਂ ਦੇ ਤਰੀਕੇ ਨਾਲ ਪਿਕ ਐਂਡ ਚੂਜ਼ ਕਰੀਏ, ਅਸੀਂ ਪਾਰਸ਼ੈਲਿਟੀ ਕਰੀਏ। ਹਾਂਜੀ ਸਰ, ਜਿਵੇਂ ਕਿ ਇਹ ਲੋਕ ਹਿੱਤ ਦਾ ਕੰਮ ਸੀਗਾ ਕਿਉਂਕਿ ਪੋਲਿਊਸ਼ਨ ਵੱਧਦਾ, ਇਹਦੇ ਨਾਲ ਡਿਸਪੋਜ਼ ਨਹੀਂ ਹੁੰਦਾ ਪੋਲੀਥੀਨ ਤੇ ਬਾਰਿਸ਼ਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸੀਵਰੇਜ ਬਲੌਕ ਹੋ ਜਾਂਦੇ ਨੇ। ਲੋਕ ਹਿੱਤ ਦੇ ਲਈ ਇਹ ਜਿਹੜਾ ਕਿ ਸ਼ੁਰੂ ਕੀਤੀ ਸੀਗੀ ਡਰਾਈਵ ਤੇ ਇਹਦੇ ਵਿੱਚ ਹੁਣ ਸਿਆਸੀ ਰੰਗ ਆ ਰਿਹਾ ਹੈ। ਨਹੀਂ, ਮੈਂ ਨਹੀਂ ਸਮਝਦਾ ਕੋਈ ਸਿਆਸੀ ਰੰਗ ਆ। ਇਹ ਤਾਂ ਸੱਤਾ ਤੇ ਬਿਰਾਜਮਾਨ ਸੱਤਾਧਾਰੀਆਂ ਨੂੰ ਰਾਸ ਨਹੀਂ ਆਈ ਗੱਲ, ਕੋਈ ਸਿਆਸੀ ਰੰਗਤ ਨਹੀਂ ਹੈ ਇਸ ਗੱਲ ਦੇ ਵਿੱਚ। ਨਰੋਲ ਪਬਲਿਕ ਦੀ ਜ਼ਰੂਰਤ, ਪਬਲਿਕ ਦੇ ਲਈ ਕੰਮ ਹੋ ਰਿਹਾ ਸੀ ਪਰਮਜੀਤ ਜੀ। ਇਹਦੇ 'ਚ ਸਿਆਸਤ ਕਿਤੇ ਵੀ ਨਹੀਂ ਹੈਗੀ। ਜੇ ਤੁਸੀਂ ਮੈਨੂੰ ਵੀ ਕਹੋ, ਮੇਰੇ ਵੱਲੋਂ ਵਿੱਚ ਕੋਈ ਸਿਆਸਤ ਨਹੀਂ ਹੈਗੀ। ਡਿਮਾਂਡ ਹੈ ਪਬਲਿਕ ਦੀ ਕਿ ਜਿਹੜੀ ਤੁਸੀਂ ਡਰਾਈਵ ਸ਼ੁਰੂ ਕੀਤੀ ਸੀਗੀ ਉਹ ਅੰਜਾਮ ਤੱਕ ਕਿਉਂ ਨਹੀਂ ਪਹੁੰਚੀ। ਔਰ ਮਿਊਨਿਸਪਲ ਕਾਰਪੋਰੇਸ਼ਨ ਇਸ ਕਰਕੇ ਕਟਹਿਰੇ 'ਚ ਆ ਕਿ ਤੁਸੀਂ ਪਨਿਸ਼ ਕੀਤਾ ਸਿਰਫ ਇੱਕ ਅਫਸਰ ਨੂੰ, ਜਿਨ੍ਹਾਂ ਬਾਕੀਆਂ ਨੇ ਉਸ ਮਤੇ 'ਤੇ ਸਾਈਨ ਕੀਤੇ ਸੀ। ਉਹਦੀ ਕਾਪੀ ਵੀ ਅਸੀਂ RTA ਪਾ ਕੇ ਪ੍ਰਕਿਉਰ ਕਰ ਲਵਾਂਗੇ। ਉਹਨਾਂ ਨੂੰ ਫਿਰ ਕਿਉਂ ਪਨਿਸ਼ ਨਹੀਂ ਕੀਤਾ ਗਿਆ? ਜਾਂ ਜੇ ਜਸਦੇਵ ਸਿੰਘ ਸੇਖੋਂ ਦੀ ਤੁਸੀਂ ਇਹਨ ਜਨਰਲ ਬਦਲੀ ਕੀਤੀ ਆ, ਬਾਹਰ ਬਦਲਿਆ, ਫਿਰ ਉਹਦੀ ਜਗ੍ਹਾ ਦੂਸਰਾ ਚਾਰਜ ਕਿਹਨੂੰ ਦਿੱਤਾ ਗਿਆ? ਉਹ ਡਰਾਈਵ ਦੁਬਾਰਾ ਸ਼ੁਰੂ ਕਿਉਂ ਨਹੀਂ ਹੋ ਰਹੀ? ਦੈਟ ਮੀਨਸ ਸੱਤਾਧਾਰੀ ਧਿਰ ਦਾ ਕਿਤੇ ਨਾ ਕਿਤੇ ਕੋਈ ਨੁਕਸਾਨ ਹੋ ਰਿਹਾ ਹੋਊਗਾ। ਇਹ ਤਾਂ ਹੋਇਆ, ਸਿਆਸਤ 'ਚ ਕੋਈ ਨਹੀਂ ਹੈਗੀ। ਹਾਂਜੀ ਸਰ, ਜਿਵੇਂ ਕਿ ਡਰਾਈਵ ਸ਼ੁਰੂ ਕੀਤੀ ਸੀਗੀ ਤੇ ਉਹਨਾਂ ਦੀ ਬਦਲੀ ਤੋਂ ਬਾਅਦ ਜਿਵੇਂ ਕਿ ਤੁਸੀਂ ਦੱਸਿਆ ਕਿ ਕਿਸੇ ਹੋਰ ਨੂੰ ਹੈਂਡਓਵਰ ਨਹੀਂ ਕੀਤਾ ਗਿਆ ਤੇ ਲੇਕਿਨ ਫਿਰ ਤੋਂ ਇਹ ਵਿਕਣਾ ਸ਼ੁਰੂ ਹੋ ਗਿਆ ਤੇ ਉਸ 'ਤੇ ਕੀ ਕਹਿਣਾ ਚਾਹੋਗੇ? ਦੇਖੋ, ਉਹ ਤਾਂ ਫਿਰ ਬੜਾ ਸਪਸ਼ਟ ਨਜ਼ਰ ਆਉਂਦਾ ਕਿ ਜਿੰਨੀਆਂ ਕੋਈ ਥੈਲੀਆਂ ਚਾਹੀਦੀਆਂ ਹੋਣਗੀਆਂ ਉਹ ਵੱਡੇ ਕਾਰਪੋਰੇਟ ਘਰਾਣਿਆਂ ਕੋਲੋਂ ਮਿਲ ਗਈਆਂ ਹੋਣਗੀਆਂ। ਜਿਹੜੇ ਇਸ ਕਾਰੋਬਾਰ ਸ਼ਾਮਲ ਆ ਉਹਨਾਂ ਤੋਂ ਸਮਾਨ ਮਿਲ ਗਿਆ ਹੋਊਗਾ ਤੇ ਹੁਣ ਅੱਗੇ ਕਰਨ ਦੀ ਕੀ ਲੋੜ ਹੈ? ਤੇ ਮੈਨੂੰ ਲੱਗਦਾ ਕਿ ਹੋਣੀ ਵੀ ਹੈ ਨਹੀਂ ਗੀ। ਇਹਨਾਂ ਨੇ ਇੰਨੀ ਕੀ ਕਰਨੀ ਸੀਗੀ। ਇਹ ਵੀ ਨਜ਼ਰ ਆਉਂਦਾ ਕਿਤੇ ਨਾ ਕਿਤੇ ਇਹ ਨਾ ਹੋਵੇ ਕਿ ਇਸ ਅਫਸਰ ਨੂੰ ਇਸ ਤਰੀਕੇ ਨਾਲ ਬਲੀ ਦਾ ਬੱਕਰਾ ਬਣਾ ਕੇ ਬਾਹਰ ਭੇਜਣਾ ਹੋਵੇ, ਕਿਉਂਕਿ ਉਹਦੇ ਸੁਭਾਅ ਬਾਰੇ ਤਾਂ ਸਾਰੇ ਹੀ ਜਾਣਦੇ ਸੀਗੇ। ਉਹਨੂੰ ਪਿਕ ਕਰ ਲਿਆ, ਪਿਕ ਕਰਕੇ ਬਾਹਰ ਭੇਜਤਾ। ਤੇ ਲੇਕਿਨ ਇਸ਼ੂ ਤਾਂ ਸ਼ਹਿਰ ਦਾ ਹੈ ਔਰ ਉਹਦੇ ਨਾਲ ਮਿਊਨਿਸਪਲ ਕਾਰਪੋਰੇਸ਼ਨ ਵੀ ਇਸ ਗੱਲ ਲਈ ਸਵਾਲਾਂ ਦੇ ਘੇਰੇ 'ਚ ਆਉਂਦੀ ਹੈ ਕਿ ਤੁਸੀਂ ਜਿਹੜਾ ਉਹ ਇੰਨਾ ਮਟੀਰੀਅਲ ਜ਼ਬਤ ਕੀਤਾ ਹੈ, ਤੁਹਾਡੇ ਕੋਲੇ ਤੁਸੀਂ ਕੋਈ ਆਰਕ ਫਰਨਸ ਲਾਈ ਆ, ਤੁਸੀਂ ਕੋਈ ਬਲਾਸਟ ਫਰਨਸ ਲਾਈ ਆ, ਤੁਸੀਂ ਕਿੱਥੇ ਜਾ ਕੇ ਉਹਨੂੰ ਡਿਸਪੋਜ਼ ਕਰੋਗੇ? ਪੋਲਿਊਸ਼ਨ ਬੋਰਡ ਦੇ ਕੋਲੋਂ ਤੁਸੀਂ ਕੀ ਕੰਸੈਂਟ ਲਈ ਹੈ? ਜਿੰਨਾ ਉਹ ਮਟੀਰੀਅਲ ਜ਼ਬਤ ਕੀਤਾ ਗਿਆ, ਮੈਨੂੰ ਪਤਾ ਲੱਗਿਆ ਕਿ ਕਈ ਟੰਨਾਂ ਦੇ ਵਿੱਚ ਪਲਾਸਟਿਕ ਹੈ। ਕੀ ਉਹ ਤੁਸੀਂ ਹੁਣ ਆਪਣੇ ਸਟੋਰ 'ਚ ਰੱਖਿਆ ਹੋਇਆ? ਉਹਨੂੰ ਡਿਸਟਰੋਏ ਕਿਸ ਤਰ੍ਹਾਂ ਕਰਨਾ ਹੈ ਜਾਂ ਉਹਨੂੰ ਰੀਸਾਈਕਲ ਕਿਸ ਤਰ੍ਹਾਂ ਕਰਨਾ ਹੈ? ਉਹਦੇ ਲਈ ਮਿਊਨਿਸਪਲ ਕਾਰਪੋਰੇਸ਼ਨ ਦੇ ਕੋਲੇ ਕੀ ਹੈ? ਜਦੋਂ ਤੁਸੀਂ ਇਹ ਕਮੇਟੀ ਫਾਰਮ ਕੀਤੀ ਆ ਕਿ ਤੁਸੀਂ ਜਾ ਕੇ ਇਹ ਪਲਾਸਟਿਕ ਜ਼ਬਤ ਕਰਨਾ ਹੈ ਜਾਂ ਅਸੀਂ ਆ ਵਾਟਰ ਬੋਟਲਸ ਪੀ ਰਹੇ ਹਾਂ ਜਾਂ ਹੋਰ, ਦੇਖੋ ਇਹ ਸਾਰੀ ਰੀਸਾਈਕਲੇਬਲ ਹੈ ਔਰ ਇੱਕ ਬਿਗ ਇੰਡਸਟਰੀ ਹੈ ਔਰ ਇਹਦੇ 'ਚੋਂ ਮੈਂ ਸਮਝਦਾ ਕਿ ਵਧੀਆ ਰੁਜ਼ਗਾਰ ਵੀ ਦਿੱਤਾ ਜਾ ਸਕਦਾ। ਅਨਐਮਪਲੋਇਮੈਂਟ ਵੀ ਖਤਮ ਹੋ ਸਕਦੀ ਹੈ, ਇੰਪਲੋਇਮੈਂਟ ਜਨਰੇਟ ਹੋ ਸਕਦੀ ਹੈ। ਇਹਦੇ ਲਈ ਕਿੱਥੇ ਆ ਪਾਲਿਸੀ? ਕਿੱਥੇ ਹੈ? ਬਣਾਈ ਕਿਹਨੇ ਪਾਲਿਸੀ? ਇਹ ਤਾਂ ਇਸੇ ਤਰੀਕੇ ਦੀ ਡਰਾਈਵ ਹੈ। ਇਹ ਜਦੋਂ ਜੀ ਕਰਦਾ ਕਿਤੇ ਜਾ ਕੇ ਝੁੱਗੀਆਂ ਢਾਏ ਆਉਂਦੇ ਆ, ਜਦੋਂ ਚਿੱਤ ਕੀਤਾ ਕਿਤੇ ਜਾ ਕੇ ਲੋਕਾਂ ਦੇ ਵਾਧਰੇ ਤੋੜੇ ਆਉਂਦੇ ਆ, ਕਿਉਂਕਿ ਉੱਥੇ ਕਿਤੇ ਨਾ ਕਿਤੇ ਕੋਈ ਪੋਲੀਟੀਕਲ ਕੋਈ ਹੋਈ ਹੁੰਦੀ ਹੈ ਜਾਂ ਕਿਸੇ ਮਾਣਯੋਗ ਹਾਈ ਕੋਰਟ ਦਾ ਕੋਈ ਬਹਾਨਾ ਲੈ ਲੈਂਦੇ ਆ। ਜਿਨ੍ਹਾਂ ਸੜਕਾਂ ਤੋਂ ਤੁਸੀਂ ਐਨਕਰੋਚਮੈਂਟ ਹਟਾ ਕੇ ਆਉਂਦੇ ਹੋ, ਉਹਨਾਂ ਸੜਕਾਂ 'ਤੇ ਮਲਬਾ ਸੱਟੇ ਆਉਂਦੇ ਹੋ। ਮਹੀਨੇ 2 ਮਹੀਨੇ ਬਾਅਦ 3 ਮਹੀਨੇ ਬਾਅਦ ਉਹ ਐਨਕਰੋਚਮੈਂਟ ਵੀ ਦੁਬਾਰਾ ਉੱਥੇ ਹੋ ਜਾਂਦੀ ਆ। ਇਸ ਤਰੀਕੇ ਨਾਲ ਹੀ ਉੱਥੇ ਰੇਹੜੀਆਂ ਵੀ ਦੁਬਾਰਾ ਲੱਗ ਜਾਂਦੀਆਂ। ਪਿੱਛੇ ਅਸੀਂ ਆਪਣੀ ਗੌਰਮੈਂਟ ਦੇ ਵਿੱਚ ਸਟਰੀਟ ਵੈਂਡਰ ਪਾਲਿਸੀ ਲੈ ਕੇ ਆਂਦੀ ਸੀ ਔਰ ਉਹ ਪਾਲਿਸੀ ਇੰਪਲੀਮੈਂਟ ਕਰਨ ਦੇ ਲਈ ਸ਼ਹਿਰ 'ਚ ਵੱਖ-ਵੱਖ ਥਾਵਾਂ ਦੇ ਉੱਤੇ ਸਾਈਟਸ ਚੁਣੀਆਂ ਸੀ। ਉਹਨਾਂ ਸਾਈਟਸ ਨੂੰ ਡਿਵੈਲਪ ਕੀਤਾ ਜਾਣਾ ਸੀਗਾ
ਸਟਰੀਟ ਵੈਂਡਿੰਗ ਜ਼ੋਨਸ ਬਣਨੀਆਂ ਸੀਗੀਆਂ, ਉਹ ਪਾਲਿਸੀ ਦੇ ਉੱਤੇ ਉਸ ਵੇਲੇ ਸਾਡੀ ਸਰਕਾਰ ਦਾ ਪੈਸਾ ਵੀ ਲੱਗਿਆ ਸੀ, ਖਰਚਾ ਵੀ ਹੋਇਆ ਸੀ, ਔਰ ਅੱਜ ਉਹ ਪਾਲਿਸੀ ਕਿੱਥੇ ਆ? ਇਹਦਾ ਮਤਲਬ ਤਾਂ ਇਹ ਹੋਇਆ ਤੁਸੀਂ ਕੁਝ ਪਾਲਿਸੀ ਬਣਾਓ, ਉਹਦੇ 'ਚੋਂ ਫਾਰ ਦਾ ਟਾਈਮਿੰਗ ਤੁਹਾਡੇ ਕੁਝ ਕਾਰਪੋਰੇਟ ਸਾਥੀ, ਤੁਹਾਡੇ ਕੁਝ ਕੰਟਰੈਕਟਰ ਸਾਥੀ, ਕੁਝ ਤੁਹਾਡੀ ਆਫੀਸਰ ਲੌਬੀ, ਉਹ ਰਲ ਮਿਲ ਕੇ ਆਪਣਾ ਤੁਸੀਂ ਹਲਵਾ ਮਾਂਡਾ ਇਕੱਠਾ ਕਰ ਲਓ, ਉਸ ਤੋਂ ਬਾਅਦ ਕੋਈ ਨਵੀਂ ਪਾਲਿਸੀ ਲੈ ਆਓ, ਫਿਰ ਲੋਕਾਂ ਦਾ ਧਿਆਨ ਉਧਰ ਪਲਟਾ ਦਿਓ। ਇਸ਼ੂ ਇਹ ਹੈ ਕਿ ਸ਼ਹਿਰ ਨੂੰ ਕੋਈ ਵੀ ਚੰਗੀ ਸਕੀਮ ਦਾ ਫਾਇਦਾ ਕਿੱਥੇ ਮਿਲਿਆ? ਸਮਾਰਟ ਸਿਟੀ ਹੈ, ਸਾਡੀ ਸਰਕਾਰ ਦਾ ਕਨਸੈਪਟ ਸੀ, ਸਾਡੀ ਸਰਕਾਰ ਦਾ ਪ੍ਰੋਜੈਕਟ ਸੀ। ਅੱਜ ਸਮਾਰਟ ਸਿਟੀ ਕਿੱਥੇ ਬਣ ਰਹੀ ਹੈ? ਕੇਵਲ ਵਿਧਾਨ ਸਭਾ ਹਲਕਾ ਵੈਸਟ ਦੇ ਵਿੱਚ, ਉਸ ਤੋਂ ਬਿਨਾਂ ਕਿਤੇ ਵੀ ਸਮਾਰਟ ਸਿਟੀ ਨਹੀਂ ਹੈ। ਸੜਕਾਂ ਟੁੱਟੀਆਂ ਹੋਈਆਂ, ਆ ਕਿੰਨੀ ਕੁ ਬਾਰਿਸ਼ ਹੋਈ ਆ ਕਿਤੇ? ਸਾਡਾ ਮੈਟਰ ਡਿਪਾਰਟਮੈਂਟ ਕਹਿ ਰਿਹਾ ਕਿ ਐਵਰੇਜ ਤੋਂ ਵੀ ਘੱਟ ਬਰਸਾਤਾਂ ਹੋ ਰਹੀਆਂ ਨੇ, ਲੇਕਿਨ ਐਵਰੇਜ ਤੋਂ ਵੀ ਕਈ ਗੁਣਾ ਵੱਧ ਸੜਕਾਂ ਟੁੱਟ ਗਈਆਂ। ਸਾਡਾ ਸੀਵਰ ਸਿਸਟਮ ਬਿਲਕੁਲ ਹੀ ਚਰਮਰਾ ਗਿਆ ਆ, ਲੋਕ ਗੰਦਾ ਪਾਣੀ ਪੀਣ ਨੂੰ ਮਜਬੂਰ ਨੇ। ਉਹ ਕੁਛ ਤਾਂ ਤੁਹਾਡਾ ਧਿਆਨ ਨਹੀਂ, ਤੁਸੀਂ ਤਾਂ ਪਿਕ ਐਂਡ ਚੂਜ਼ ਕਰ ਰਹੇ ਹੋ ਕਿ ਆਹ ਅਫਸਰ ਸਾਡੀਆਂ ਅੱਖਾਂ 'ਚ ਰੜਕਦਾ ਹੈ, ਇੱਕ ਅੱਧੇ ਦੀ ਕਮੇਟੀ ਬਣਾਓ, ਫਿਰ ਉਹ ਕਮੇਟੀ ਬਣਾ ਕੇ ਜਦੋਂ ਕੰਮ ਕਰੂਗਾ ਫਿਰ ਉਹਨੂੰ ਪਨਿਸ਼ ਦੇ ਕੇ ਅਸੀਂ ਬਾਹਰ ਕੱਢ ਦਿਓ, ਉਸ ਤੋਂ ਬਾਅਦ ਅਸੀਂ ਚੁੱਪ ਕਰ ਜਾਓ, ਅਸੀਂ ਨਹੀਂ ਬੋਲਣਾ। ਬਿਲਕੁਲ ਚੁੱਪ ਨੇ। ਸੱਤਾ 'ਤੇ ਬਿਰਾਜਮਾਨ ਕੋਈ ਵੀ ਵਿਅਕਤੀ ਇਸ ਗੱਲ ਬਾਰੇ ਕੋਈ ਜਵਾਬ ਨਹੀਂ ਦੇ ਰਿਹਾ। ਮੈਂ ਪਹਿਲਾਂ ਵੀ ਉਹ ਕੁਐਸਚਨ ਪੁੱਟ ਕੀਤਾ ਸੀ, ਮੈਂ ਅੱਜ ਤੁਹਾਡੇ ਮਾਧਿਅਮ ਰਾਹੀਂ ਫਿਰ ਕਰ ਰਿਹਾ ਕਿ ਮਾਣਯੋਗ ਕਮਿਸ਼ਨਰ ਕਾਰਪੋਰੇਸ਼ਨ, ਮੇਅਰ ਅਤੇ ਬਾਕੀ ਉਹ ਟੀਮ, ਜਿਸ ਟੀਮ ਨੇ ਜਸਦੇਵ ਸਿੰਘ ਸੇਖੋਂ ਨੂੰ ਡਿਊਟੀ ਅਸਾਈਨ ਕੀਤੀ ਸੀ, ਉਹਨਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਗਈ? ਜੇ ਜਸਦੇਵ ਸਿੰਘ ਸੇਖੋਂ ਦੀ ਕਾਰਵਾਈ ਗਲਤ ਹੈ, ਕਿਉਂਕਿ ਉਹਨੂੰ ਸਜ਼ਾ ਦਿੱਤੀ ਗਈ, ਬਾਹਰ ਬਦਲੀ ਕੀਤੀ ਗਈ, ਕਾਰਵਾਈ ਗਲਤ ਹੈ, ਅਤੇ ਜੇ ਉਹਦੀ ਕਾਰਵਾਈ ਸਹੀ ਹੈ ਫਿਰ ਉਹਦੀ ਟਰਾਂਸਫਰ ਕਿਉਂ ਕੀਤੀ ਗਈ? ਇਹ ਸਵਾਲ ਤਾਂ ਤੁਸੀਂ ਜਾ ਕੇ ਨਾ ਸੱਤਾ 'ਤੇ ਬਿਰਾਜਮਾਨ ਲੋਕਾਂ ਨੂੰ ਪੁੱਛੋ। ਮੈਂ ਚਾਹੁੰਦਾ ਕਿ ਤੁਸੀਂ ਮੇਅਰ ਔਰ ਕਮਿਸ਼ਨਰ ਨੂੰ ਮੇਰੇ ਵਾਲੇ ਕੁਐਸਚਨ ਜ਼ਰੂਰ ਕਰੋ। ਹਾਂਜੀ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਤੇ ਸਰ, ਜਿਵੇਂ ਕਿ ਸਕੀਮ ਚਲਾਈ ਜਾਂਦੀ ਹੈ, ਡਰਾਈਵ ਚਲਾਈਆਂ ਜਾਂਦੀਆਂ ਨੇ ਲੋਕ ਹਿੱਤ ਦੇ ਵਾਸਤੇ, ਤੇ ਪਲੈਨਿੰਗ ਤਾਂ ਕਰ ਲਿੱਤੀ ਜਾਂਦੀ ਹੈ, ਪਰ ਜਿਹੜਾ ਕਿ ਉਹਨਾਂ ਨੂੰ ਸਹੀ ਤਰੀਕੇ ਨਾਲ ਇੰਪਲੀਮੈਂਟ ਨਹੀਂ ਕੀਤਾ ਜਾਂਦਾ। ਅੱਧੀ ਅਧੂਰੀ ਕੱਚੀ ਪਲੈਨਿੰਗ। ਆ ਸਾਡਾ ਸ਼ਹਿਰ ਦਾ ਬੁੱਢਾ ਨਾਲਾ, ਜਿਹਨੂੰ ਗੰਦਾ ਨਾਲਾ ਕਹਿੰਦੇ ਆ, ਮੇਰਾ ਖਿਆਲ ਆ ਕਦੇ 300 ਕਰੋੜ ਦਾ ਪ੍ਰੋਜੈਕਟ, ਕਦੇ 600 ਕਰੋੜ ਦਾ ਪ੍ਰੋਜੈਕਟ। ਜੇਕਰ ਇਕੱਲੇ ਬੁੱਢੇ ਨਾਲੇ, ਗੰਦੇ ਨਾਲੇ ਦੀਆਂ ਹੀ ਫਾਈਲਾਂ ਖੋਲ੍ਹੀਆਂ ਜਾਣ, ਔਰ ਮੈਂ ਬੜਾ ਸਪਸ਼ਟ ਕਹਿਣਾ ਚਾਹੁੰਦਾ, ਇਹ ਨਹੀਂ ਕਿ ਮੈਂ ਆਪਣੀ ਟੈਨਿਓਰ ਵਾਲਿਆਂ ਨੂੰ ਬਰੀ ਕਰਦਾ ਹਾਂ, ਸਾਡੀ ਟੈਨਿਓਰ ਦੇ ਵੇਲੇ ਵੀ ਅਤੇ ਇਸ ਟੈਨਿਓਰ 'ਚ ਵੀ, ਇਸ ਤੋਂ ਪਿਛਲੀ ਟੈਨਿਓਰ 'ਚ ਵੀ, ਕੇਵਲ ਅਤੇ ਕੇਵਲ ਸਭ ਤੋਂ ਵੱਧ ਕਮਾਈ ਦਾ ਜ਼ਰੀਆ ਕੇਵਲ ਬੁੱਢਾ ਨਾਲਾ। ਕੀ ਉੱਥੇ 1 ਕਿਲੋਗ੍ਰਾਮ ਪਾਣੀ ਵੀ ਸਾਫ਼ ਹੋਇਆ? ਮੈਂ ਬੜਾ ਸਪਸ਼ਟ ਔਰ ਸਾਫ਼ ਕੋਈ ਨਾ ਬੋਲਦਾ। ਜਿਹੜੀਆਂ ਉੱਥੇ ਟੀਮਾਂ ਬਣਾਈਆਂ ਗਿਆ, ਜਿੰਨਾ ਪੈਸਾ ਉੱਥੇ ਡਿਸਟਰੋਏ ਕੀਤਾ ਗਿਆ, ਕੀ ਉਹਦਾ ਸਾਡੇ ਸ਼ਹਿਰ ਨੂੰ ਕੋਈ ਬੈਨੀਫਿਟ ਹੋਇਆ? ਸਤਲੁਜ ਤੋਂ ਵਾਧਾ ਰਾਜਸਥਾਨ ਤੱਕ ਅਸੀਂ ਪਾਣੀ ਗੰਦਾ ਕਰ ਲਿਆ, ਕੀ ਉਹਨੂੰ ਇੱਥੇ ਅਸੀਂ ਟਰੀਟ ਨਹੀਂ ਕਰ ਸਕਦੇ? ਅੱਜ ਇੰਨੀ ਜ਼ਿਆਦਾ ਟੈਕਨੋਲੋਜੀਜ਼ ਆਈਆਂ ਹੋਈਆਂ ਨੇ, ਅਸੀਂ ਭਾਵੇਂ ਛੋਟੇ ਲੁਧਿਆਣੇ ਸ਼ਹਿਰ 'ਚ ਕਲਸਟਰ ਬਣਾ ਕੇ, ਉਹਨਾਂ ਕਲਸਟਰਾਂ 'ਚ ਅਸੀਂ ਕੋਈ 10 ਕਿਲੋਮੀਟਰ, 5 ਕਿਲੋਮੀਟਰ, 2 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਵੀ ਉੱਥੋਂ ਪਾਣੀ ਟਰੀਟ ਕਰ ਸਕਦੇ ਹਾਂ। ਕੀ ਕੀਤਾ ਜਾ ਰਿਹਾ? ਕੁਛ ਵੀ ਨਹੀਂ। ਬਹੁਤ ਭਾਰੀ ਭਰਕਮ ਸਕੀਮਸ ਬਣਾਈਆਂ ਜਾਂਦੀਆਂ, ਉਸ ਤੋਂ ਬਾਅਦ ਮਾਣਯੋਗ ਮੇਅਰ ਵੀ ਸੌਂ ਜਾਂਦੇ ਆ, ਕਮਿਸ਼ਨਰ ਵੀ ਸੌਂ ਜਾਂਦੇ ਆ, ਲੋਕਲ ਬਾਡੀ ਮਿਨਿਸਟਰ ਵੀ ਸੌਂ ਜਾਂਦੇ ਆ, ਸੈਕਟਰੀ ਲੋਕਲ ਬਾਡੀ ਵੀ ਸੌਂ ਜਾਂਦੇ ਆ, ਸਭ ਚੁੱਪ, ਕਿਉਂਕਿ ਸਭ ਦਾ ਸਿਸਟਮ ਚੱਲਦਾ। ਟੋਟਲੀ ਅਨਪਲੈਨਡ ਸਿਟੀ ਸਾਡਾ ਡਿਵੈਲਪ ਹੋ ਰਿਹਾ। ਮੈਂ ਕੱਲ੍ਹ ਵੀ ਕਿਸੇ ਟੀਵੀ ਚੈਨਲ 'ਤੇ ਗੱਲ ਕਹਿ ਰਿਹਾ ਸੀ, ਸ਼ਹਿਰ ਦਾ ਪਲੈਂਥ ਰੇਟ ਹੈ, ਪਲੈਂਥ ਰੇਟ ਇਜ਼ ਕਾਲਡ, ਤੁਸੀਂ ਸੜਕਾਂ ਦੀ ਹਾਈਟ ਕਿੰਨੀ ਕਰਨੀ ਆ। ਮੈਂ ਕਹਿੰਦਾ ਜਿਨ੍ਹਾਂ ਮਹੱਲਿਆਂ 'ਚ ਤੁਸੀਂ ਵੀ ਪਰਮਜੀਤ ਜੀ ਰਹਿੰਦੇ ਹੋ, ਤੁਹਾਡੇ ਤੁਸੀਂ ਪੁਰਾਣੇ ਵਾਲੇ ਘਰ ਪਿਛਲੇ ਦੇਖੋ, ਤੁਹਾਡੇ 6 ਤੋਂ 8 ਫੁੱਟ ਗਹਿਰੇ ਹੋ ਚੁੱਕੇ ਨੇ, ਉਹ ਤਾਂ ਬੇਸਮੈਂਟਾਂ ਬਣ ਗਈਆਂ। ਕਿਉਂ ਬਣੀਆਂ? ਜਿਹੜਾ ਆਉਂਦਾ ਬਾਹਰਲੀ ਸੜਕ ਉੱਪਰ ਤੇ ਉੱਪਰ ਚੱਕ ਕੇ ਬਣਾ ਦਿੰਦਾ। ਪਲੈਂਥ ਰੇਟ ਨੂੰ ਛੇੜਨਾ ਇੱਕ ਪਨਿਸ਼ੇਬਲ ਅਫੈਂਸ ਹੈ, ਨਹੀਂ ਛੇੜ ਸਕਦੇ। ਲਾ ਆ ਸਾਡਾ, ਐਕਟ ਕਹਿੰਦਾ ਲੋਕਲ ਬਾਡੀ ਦਾ। ਇੱਥੇ ਕੋਈ ਇਸ ਗੱਲ ਦੇ ਉੱਤੇ ਮੈਂ ਸਮਝਦਾ ਸਾਡੇ ਚੁਣੇ ਨੁਮਾਇੰਦਿਆਂ ਨੂੰ ਬੁਰਾ ਨਾ ਮੰਨਿਓ ਭਰਾਓ, ਮੇਰੇ ਸਾਥੀ ਹੋ, ਬਹੁਤ ਜ਼ਿਆਦਾ ਨੂੰ ਪਲੈਂਥ ਰੇਟ ਨਹੀਂ ਪਤਾ ਹੋਣਾ ਕੀ ਹੈ। ਤੁਸੀਂ ਆਸਕ ਸਮ ਕਾਉਂਸਲਰਸ ਔਰ MLAs ਇਫ ਦੇ ਕੈਨ ਐਕਸਪਲੇਨ ਵਾਟ ਇਜ਼ ਪਲੈਂਥ ਰੇਟ। ਇਹ ਸਾਡੇ ਰੋਜ਼ ਛੜੀ ਜਾ ਰਹੀ ਹੈ। ਸਾਡੇ ਸ਼ਹਿਰ ਕਿਤੇ ਤੇ ਕਿਤੇ ਉੱਚੇ ਕਰ ਰਹੇ। ਕਿੰਨਾ ਕੁ ਉੱਪਰ ਨੂੰ ਜਾਣਾ? ਕੀ ਕੁਤਬ ਮੀਨਾਰ ਨੂੰ ਛੂਹਣਾ ਜਾ ਕੇ, ਜਾਂ ਸ਼ਹਿਰ ਦੇ ਘੰਟਾ ਘਰ ਨੂੰ ਛੂਹਣਾ? ਅਸੀਂ ਉੱਪਰ ਹੀ ਚੱਕੀ ਜਾਂਦੇ ਹਾਂ। ਆਹ ਤਲਾਬ ਬਾਜ਼ਾਰ ਮੰਦਰ ਵਾਲਾ ਏਰੀਆ, ਜਿਹੜਾ ਅਕਾਲਗੜ੍ਹ ਮਾਰਕੀਟ ਤੋਂ ਹੋ ਕੇ ਸਾਡਾ ਪੁਰਾਣਾ ਨਾਲਾ ਆਉਂਦਾ, ਉਸ ਨਾਲੇ ਦੀ ਸੰਨ 47 ਤੋਂ ਲੈ ਕੇ ਕੇਵਲ ਇੱਕ ਵਾਰ ਸਫਾਈ ਹੋਈ ਹੈ ਸਾਡੇ ਪਿਛਲੇ ਟੈਨਿਓਰ 'ਚ, ਨਾ ਉਸ ਤੋਂ ਪਹਿਲਾਂ ਅਤੇ ਨਾ ਕਦੇ ਅੱਜ। ਸ਼ਹਿਰ ਦੇ ਕਿਸੇ ਉਹਦੀ ਸੀਵਰ ਸਿਸਟਮ ਦੀ ਸਫਾਈ ਹੋਈ ਨਹੀਂ ਪ੍ਰੋਪਰ ਹੋ ਰਹੀ, ਲੇਕਿਨ ਸਫਾਈ ਦੇ ਨਾਂ ਦੇ ਉੱਤੇ ਜੇ ਘਪਲੇ ਕੱਢਣ ਲੱਗੀਏ, ਮੇਰਾ ਖਿਆਲ ਆ ਸ਼ਾਇਦ ਬੋਫਰਸ ਵੀ ਪਿੱਛੇ ਪੈ ਜਾਵੇ। ਆਹ ਤਾਂ ਸਾਡੇ ਹਾਲਾਤ ਨੇ। ਅਤੇ ਕੀਤਾ ਕੀ ਜਾ ਰਿਹਾ? ਕੁਛ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ, ਜਿਹੜੇ ਚਾਹੁੰਦੇ ਆ
ਪਬਲਿਕ ਲਈ ਕੰਮ ਹੋਵੇ, ਲੋਕਾਂ ਲਈ ਕੰਮ ਹੋਣ, ਜਾਂ ਸ਼ਹਿਰ ਲਈ ਕੋਈ ਚੰਗੀ ਪਾਲਿਸੀ, ਕੋਈ ਸਕੀਮ ਬਣਾਈ ਜਾ ਸਕੇ, ਉਹਨਾਂ ਦੀਆਂ ਸਕੀਮਾਂ ਨੂੰ ਖਤਮ ਕੀਤਾ ਜਾਂਦਾ ਹੈ ਤੇ ਪਨਿਸ਼ਮੈਂਟ ਵਜੋਂ ਉਹਨਾਂ ਦੇ ਟ੍ਰਾਂਸਫਰ ਕਰ ਦਿੱਤੀ ਜਾਂਦੀ ਹੈ। ਸਰ, ਜਿਵੇਂ ਕਿ ਪੋਲੀਥੀਨ ਦੀ ਅਸੀਂ ਗੱਲ ਕਰ ਰਹੇ ਹਾਂ ਤੇ ਪੋਲੀਥੀਨ ਇੱਕ ਵਾਰ ਪਹਿਲਾਂ ਵੀ ਬੰਦ ਕੀਤਾ ਗਿਆ ਸੀ ਪਿਛਲੇ ਸਾਲ, ਤੇ ਉਸ ਤੋਂ ਬਾਅਦ ਥੋੜਾ ਟਾਈਮ ਇਹ ਇਸ ਤਰ੍ਹਾਂ ਬੰਦ ਰਿਹਾ, ਫਿਰ ਉਸ ਤੋਂ ਬਾਅਦ ਇਹ ਸ਼ੁਰੂ ਹੋ ਗਿਆ। ਹੁਣ ਵੀ ਉਹੀ ਸਕੀਮ ਸ਼ੁਰੂ ਕੀਤੀ ਗਈ ਸੀਗੀ ਤੇ ਲੇਕਿਨ ਉਹ ਲੱਗਦਾ ਨਹੀਂ ਕਿ ਉਹ ਸਕੀਮ ਅੱਗੇ ਤੱਕ ਪਹੁੰਚੇਗੀ। ਇਸ ਤੇ ਜੋ ਕਾਰਵਾਈ ਕੀਤੀ ਜਾ ਰਹੀ ਸੀ ਉਹ ਬੰਦ ਹੋ ਗਈ ਹੈ, ਟ੍ਰਾਂਸਫਰ ਹੋ ਗਿਆ ਹੈ, ਬਹੁਤ ਸਾਰੀ ਚੀਜ਼ਾਂ ਨੇ ਇਹਦੇ ਵਿੱਚ। ਤੇ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਇਸ ਦੀ ਜੋ ਐਕਚੁਅਲ ਜੋ ਕਾਰਵਾਈ ਹੈ ਕੀ ਹੋਣੀ ਚਾਹੀਦੀ ਹੈ? ਨਾ ਪੋਲੀਥੀਨ ਪਹਿਲਾਂ ਬੰਦ ਹੋਇਆ, ਨਾ ਹੁਣ ਹੋਇਆ। ਜਿਵੇਂ ਹੀ ਅਧਿਕਾਰੀਆਂ ਨੇ ਕੋਈ ਸਖਤੀ ਕੀਤੀ, ਜਿਹੜੇ ਵੇਚਣ ਵਾਲੇ ਉਹਨਾਂ ਨੇ ਰੇਟ ਵਧਾਤੇ, ਉਹਦੀ ਬਲੈਕ ਮਾਰਕੀਟ ਹੋਣੀ ਸ਼ੁਰੂ ਹੋ ਗਈ। ਪਬਲਿਕ ਦਾ ਤਾਂ ਨੁਕਸਾਨ ਹੀ ਨੁਕਸਾਨ ਹੋਇਆ। ਸਹੀ ਪਾਲਿਸੀ ਅਗਰ ਬਣਾਉਣੀ ਆ, ਸਭ ਤੋਂ ਪਹਿਲਾਂ ਤੁਸੀਂ ਜਿਹੜਾ ਉਹ ਮਟੀਰੀਅਲ ਜ਼ਬਤ ਕਰਨਾ, ਉਹਨੂੰ ਡਿਸਪੋਜ਼ ਜਾਂ ਰੀਸਾਈਕਲ ਕਿੱਥੇ ਕਰਨਾ, ਉੱਥੇ। ਦੂਸਰਾ, ਜਿੰਨੀ ਪਲਾਸਟਿਕ ਇੰਡਸਟਰੀ ਜਿਹੜੀ ਇਹ ਛੋਟੇ ਲਿਫਾਫੇ ਜਾਂ ਇਹ ਚੀਜ਼ਾਂ ਬਣਾ ਰਹੀ ਹੈ, ਜਿਹੜੀਆਂ ਤੁਸੀਂ, ਮੈਨੂੰ ਯਾਦ ਆ ਸ਼ਾਇਦ ਮਿਸਟਰ ਇੱਥੇ ਕੋਈ ਇਹਨਾਂ ਦੀ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ, ਆਈ ਥਿੰਕ ਮਿਸਟਰ ਚਾਵਲਾ ਨੇ ਜਾਂ ਕੌਣ ਨੇ, ਪਿਛਲੀ ਸਰਕਾਰ 'ਚ ਸਾਨੂੰ ਮਿਲੇ ਸੀ। ਉਹਨਾਂ ਕੋਲ ਬੜੀ ਵਾਸਟ ਨੌਲੇਜ ਹੈ। ਉਹ ਦੱਸ ਰਹੇ ਨੇ, ਉਹ ਕਹਿੰਦੇ ਜਿਸ 'ਚ ਤਾਂ ਉਹ ਮੈਗੀ ਪੈਕ ਹੋ ਕੇ ਆਉਂਦੀ ਆ, ਮਲਟੀਨੈਸ਼ਨਲ ਕੰਪਨੀਜ਼ ਦਾ ਜਿਸ 'ਚ ਸਮਾਨ ਪੈਕ ਹੋ ਕੇ ਆਉਂਦਾ, ਉਹ ਡਿਸਪੋਜ਼ ਹੀ ਨਹੀਂ ਹੋਣਾ, ਉਹ ਗਲਣਾ ਹੀ ਨਹੀਂ ਹੈਗਾ, ਉਹਦੇ 'ਤੇ ਕੋਈ ਪਾਬੰਦੀ ਨਹੀਂ ਹੈ। ਜਿਹੜੀ ਸਾਡੇ ਛੋਟੇ ਕਾਰਖਾਨੇਦਾਰ ਭਰਾ ਛੋਟੀਆਂ ਮਸ਼ੀਨਾਂ ਲਾ ਕੇ ਰੀਸਾਈਕਲ ਕਰਕੇ ਬਣਾ ਰਹੇ ਆ, ਜਿਹੜਾ ਕੁਛ ਮੈਨੂੰ ਦੱਸਦੇ ਸੀ ਕੁਛ ਟਾਈਮ ਦੇ ਬਾਅਦ ਇਹਨੇ ਆਟੋ ਡਿਸਪੋਜ਼ ਹੋ ਜਾਣਾ, ਇਹਨੇ ਫਟ ਕੇ ਖਤਮ ਹੋ ਕੇ ਮਿੱਟੀ 'ਚ ਮਿਲ ਜਾਣਾ, ਉਹਨਾਂ ਦੇ ਉੱਤੇ ਜਾ ਕੇ ਡਰਾਈਵ ਕਰਵਾ ਦਿੰਦੇ ਨੇ। ਉਹ ਵੀ ਕਿਸੇ ਤਰੀਕੇ ਨਾਲ ਸਹੀ ਨਹੀਂ ਹੈਗੀ। ਪਿੱਛੋਂ ਜਦੋਂ ਤੱਕ ਤੁਸੀਂ ਪਾਲਿਸੀ ਬਣਾਉਣ ਤੋਂ ਪਹਿਲਾਂ ਉਸ ਪਰਟੀਕੂਲਰ ਬਿਜ਼ਨਸ ਦੇ ਐਕਸਪਰਟਸ ਨੂੰ ਬੁਲਾਓ, ਉਸ ਚੀਜ਼ ਨਾਲ ਸੰਬੰਧਿਤ ਤੁਸੀਂ ਇੰਜੀਨੀਅਰਸ ਨੂੰ ਬੁਲਾਓ, ਮਾਡਰਨ ਟੈਕਨੋਲੋਜੀ ਨੂੰ ਨਾਲ ਅਟੈਚ ਕਰੋ ਕਿ ਅਸੀਂ ਇਹਨੂੰ ਰੀਸਾਈਕਲ ਕਿਸ ਤਰ੍ਹਾਂ ਕਰਾਂਗੇ। ਫਿਰ ਨਾਲ ਪਬਲਿਕ ਦਾ ਓਪੀਨੀਅਨ ਲਓ ਕਿ ਕੀ ਪਬਲਿਕ ਤੁਹਾਡਾ ਸਾਥ ਦੇ ਰਹੀ ਹੈ ਇਸ ਗੱਲ 'ਚ। ਜਿਸ ਦਿਨ ਤੁਸੀਂ ਪਬਲਿਕ ਓਪੀਨੀਅਨ ਨਾਲ ਲੈ ਲਿਆ, ਪਬਲਿਕ ਨੇ ਆਪ ਅੱਗੇ ਆ ਕੇ ਦੱਸਣਾ ਕਿ ਅਸੀਂ ਇਹ ਚੀਜ਼ ਯੂਜ਼ ਨਹੀਂ ਕਰਨੀ, ਤੇ ਜਦੋਂ ਪਬਲਿਕ ਨੇ ਮਨ ਬਣਾ ਲਿਆ, ਫਿਰ ਇਸ ਡਰਾਈਵ 'ਤੇ ਇਹਨੇ ਪੈਸੇ ਲਾਉਣੇ ਨਹੀਂ ਪੈਣੇ, ਸਾਨੂੰ ਰਿਜ਼ਲਟ ਆ ਜਾਊਗਾ। ਆਹ ਚੀਜ਼ ਕਦੋਂ ਹੋਊਗੀ, ਇਹਨੂੰ ਸਾਰੇ ਹੀ ਸੋਚ ਰਹੇ ਆ, ਅਸੀਂ ਵੀ ਸੋਚ ਰਹੇ ਹਾਂ ਕਿ ਕਦੋਂ ਅਸੀਂ ਕਰ ਸਕਾਂਗੇ। ਹੋ ਸਕਦਾ ਕਿਤੇ ਪਬਲਿਕ ਦੀ ਕਿਰਪਾ ਹੋਈ, ਅਸੀਂ ਆ ਕੇ ਨਾ ਸੀਟਸ 'ਤੇ ਬੈਠੇ, ਔਰ ਡੈਫੀਨੇਟਲੀ ਕਰਾਂਗੇ, ਇਸ ਤਰੀਕੇ ਨਾਲ ਹੀ ਕਰਾਂਗੇ। ਥੈਂਕ ਯੂ ਸੋ ਮਚ ਸਰ। ਹੁਣੇ ਤੁਸੀਂ ਸੁਣ ਰਹੇ ਸੀ ਅਕਾਲੀ ਦਲ ਆਗੂ ਮਿਸਟਰ ਜਗਬੀਰ ਸਿੰਘ ਸੋਖੀ ਜੀ, ਤੇ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ। ਜੋ ਪੋਲੀਥੀਨ ਹੈ ਉਸ 'ਤੇ ਜੋ ਕਾਰਵਾਈ ਹੋ ਰਹੀ ਸੀ ਉਹ ਬਿਲਕੁਲ ਹੀ ਬੰਦ ਕਰ ਦਿੱਤੀ ਹੈ, ਔਰ ਐਮਸੀ ਆਫਿਸਰ ਜਿਹੜੇ ਸੀਗੇ ਉਹਨਾਂ ਦੀ ਵੀ ਬਦਲੀ ਕਰ ਦਿੱਤੀ ਹੈ। ਤੇ ਉਹਨਾਂ ਦੇ ਅਨੁਸਾਰ ਵੀ ਇਹੀ ਹੈ ਕਿ ਜੋ ਪਲੈਨਿੰਗ ਆਪਾਂ ਕਰਦੇ ਹਾਂ ਲੋਕ ਹਿੱਤ ਦੇ ਵਾਸਤੇ, ਉਹਨਾਂ ਨੂੰ ਪਹਿਲਾਂ ਪਲੈਨਿੰਗ ਅੱਧੀ ਅਧੂਰੀ ਨਹੀਂ ਕਰਨੀ ਚਾਹੀਦੀ, ਪੂਰੀ ਤਰ੍ਹਾਂ ਉਹ ਇੰਪਲੀਮੈਂਟ ਵੀ ਹੋਣਾ ਚਾਹੀਦਾ ਹੈ, ਲੋਕਾਂ ਦੇ ਓਪੀਨੀਅਨ ਵੀ ਲੈਣੇ ਚਾਹੀਦੇ ਹਨ ਸਹੀ ਤਰੀਕੇ ਦੇ ਨਾਲ। ਔਰ ਜੋ ਕੋਈ ਆਫਿਸਰ ਉਸ 'ਤੇ ਕਾਰਵਾਈ ਕਰ ਰਿਹਾ ਹੈ ਤਾਂ ਉਸ ਦਾ ਵੀ ਲੋਕ ਹਿੱਤ ਦੇ ਲਈ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ। ਔਰ ਜੋ ਵੀ ਅਗਰ ਇਹਦੇ ਵਿੱਚ ਕੁਝ ਵੀ ਤਰ੍ਹਾਂ ਦੇ ਅਗਰ ਕੋਈ ਵੀ ਵੱਡੇ ਆਫਿਸਰ ਹੋ ਗਏ ਜਾਂ ਕਮਿਸ਼ਨਰਸ ਹੋ ਗਏ ਜਾਂ ਕੋਈ ਵੀ ਅਗਰ ਉਹਨਾਂ ਦੇ ਵਿੱਚ ਅੜਿੰਗਾ ਅੜਾਉਂਦੇ ਹਨ ਤਾਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਕਿ ਲੋਕਾਂ ਦੇ ਸਾਹਮਣੇ ਆ ਸਕੇ ਕਿ ਜੋ ਪੋਲੀਥੀਨ ਹੈ ਉਸ ਦੇ ਨਾਲ ਕਿੰਨਾ ਪੋਲਿਊਸ਼ਨ ਹੁੰਦਾ ਹੈ, ਲੋਕਾਂ ਦੇ ਵਾਸਤੇ ਹੀ ਕਿੰਨਾ ਖਤਰਾ ਹੁੰਦਾ ਹੈ। ਪੋਲਿਊਸ਼ਨ ਵੱਧਦਾ ਹੈ, ਸੀਵਰੇਜ ਬਲੌਕ ਹੁੰਦੇ ਨੇ, ਔਰ ਕਾਫੀ ਲੋਕਾਂ ਦੀਆਂ ਪਰੇਸ਼ਾਨੀਆਂ ਜਿਵੇਂ ਕਿ ਬਹੁਤ ਵੱਧ ਜਾਂਦੀਆਂ ਨੇ, ਤੇ ਇਸ ਦੇ ਵਾਸਤੇ ਵੀ ਧਿਆਨ ਦੇਣਾ ਚਾਹੀਦਾ ਹੈ। ਨਗਰ ਨਿਗਮ ਨੂੰ ਵੀ, ਸਰਕਾਰ ਨੂੰ ਵੀ, ਜੋ ਸੱਤਾਧਾਰੀ ਸਰਕਾਰ ਹੈ ਉਸ ਨੂੰ ਵੀ ਇਸ ਦੇ ਖਿਲਾਫ ਕਦਮ ਜ਼ਰੂਰ ਪੁੱਟਣੇ ਚਾਹੀਦੇ ਹਨ, ਔਰ ਜਿਹੜੀ ਇਹ ਡਰਾਈਵ ਸ਼ੁਰੂ ਕੀਤੀ ਹੈ ਲੋਕਾਂ ਦੇ ਵਾਸਤੇ ਉਸ ਨੂੰ ਚੰਗੀ ਤਰ੍ਹਾਂ ਇੰਪਲੀਮੈਂਟ ਜ਼ਰੂਰ ਕਰਵਾਉਣਾ ਚਾਹੀਦਾ ਹੈ। ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਪਰਮਜੀਤ ਕੌਰ, ਤੁਸੀਂ ਦੇਖਦੇ ਰਹੋ ਦਾ ਸਿਟੀ ਹੈਡਲਾਈਨਸ।